ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰ ਰਹੇ ਸੀ 5ਵੀਂ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਤੇ ਅੱਜ ਪੜਾਂਗੇ ਉਹਦਾ 9ਵਾਂ ਪਾਠ ਜੇ ਬਾਲਣ ਮੁੱਕ ਜਾਵੇ। ਇੱਥੇ ਇੱਕ ਬਹੁਤ ਵਧੀਆ ਸੰਦੇਸ਼ ਸਾਨੂੰ ਦਿੱਤਾ ਹੋਇਆ ਇਸ ਕਹਾਣੀ ਤੋਂ ਤੇ ਅਸੀਂ ਅੱਗੇ ਚੱਲਣ ਤੋਂ ਪਹਿਲਾਂ ਇਹ ਸਮਝ ਲੈਂਦੇ ਹਾਂ ਵੀ ਬਾਲਣ ਕੀ ਹੁੰਦਾ ਹੈ। ਅੱਜਕੱਲ ਵੀ ਪਿੰਡਾਂ ਵਿੱਚ ਤੁਸੀਂ ਦੇਖਦੇ ਹੋਵੋਗੇ ਰੋਟੀ ਪਕਾਉਣ ਲਈ ਲੱਕੜ ਦੀ ਲੋੜ ਪੈਂਦੀ ਹੈ। ਲੱਕੜ ਨੂੰ ਅੱਗ ਲਾ ਕੇ ਚੁੱਲ੍ਹੇ 'ਚ ਪਾ ਕੇ ਉਸ ਤੋਂ ਬਾਅਦ ਰੋਟੀ ਪਕਾਈ ਜਾਂਦੀ ਹੈ ਤਾਂ ਉਹ ਲੱਕੜ ਜਿਹੜੀ ਹੈਗੀ ਉਹ ਬਾਲਣ ਦਾ ਕੰਮ ਕਰਦੀ ਹੈ। ਕਿਤੇ ਕਿਤੇ ਜਿਵੇਂ ਰੇਲ ਗੱਡੀਆਂ ਦੀ ਗੱਲ ਕੀਤੀ ਜਾਏ ਉਹਦੇ ਵਿੱਚ ਕੋਇਲਾ ਪਾਇਆ ਜਾਂਦਾ ਹੈ। ਪ੍ਰੈਸ ਨੂੰ ਚਲਾਉਣ ਲਈ ਵੀ ਕਈ ਵਾਰ ਪ੍ਰੈਸ ਵਾਲੇ ਕੋਇਲਾ ਪਾਉਂਦੇ ਨੇ ਆਪਣੀ ਪ੍ਰੈਸ ਦੇ ਵਿੱਚ। ਗੱਡੀਆਂ ਚਲਾਉਣ ਲਈ ਅਸੀਂ ਤੇਲ ਜਾਂ ਡੀਜ਼ਲ ਦੀ ਵਰਤੋਂ ਕਰਦੇ ਹਾਂ, ਜਿਵੇਂ ਅੰਗਰੇਜ਼ੀ ਵਿੱਚ ਕਹੀਦਾ ਪੈਟਰੋਲ। ਤੇ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀ ਨੇ ਉਹ ਬਾਲਣ ਹੁੰਦੀਆਂ ਨੇ। ਅੰਗਰੇਜ਼ੀ ਵਿੱਚ ਇਹਨੂੰ ਕਹਿੰਦੇ ਹੈਗੇ ਆ ਫਿਊਲ। ਤੇ ਹੁਣ ਜੇ ਬਾਲਣ ਹੀ ਮੁੱਕ ਜਾਵੇ ਫੇਰ ਕੀ ਹੋਏਗਾ ਉਹ ਇਸ ਕਹਾਣੀ ਵਿੱਚ ਸਿੱਖਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਬਾਬੂ ਸਰਨਦਾਸ ਹਰ ਰੋਜ਼ ਰਾਤੀ ਜਦੋਂ ਰੋਟੀ ਖਾ ਕੇ ਲੇਟਦੇ ਤਾਂ ਉਹਨਾਂ ਦੇ ਦੋਵੇਂ ਬੱਚੇ ਰਜਨੀ ਅਤੇ ਵਰਿੰਦਰ ਮੰਜੇ ਉੱਤੇ ਆ ਬੈਠਦੇ। ਉਹਨਾਂ ਦੀ ਇੱਕੋ ਮੰਗ ਹੁੰਦੀ, ਪਿਤਾ ਜੀ ਕਹਾਣੀ ਸੁਣਾਓ। ਉਹ ਬਹੁਤ ਟਾਲਦੇ ਪਰ ਬੱਚੇ ਖੇੜਾ ਨਾ ਛੱਡਦੇ। ਤਾਂ ਹੁੰਦਾ ਕੀ ਸੀ ਵੀ ਬਾਪੂ ਸਰਨਦਾਸ ਜੀ ਜਦ ਬਾਬੂ ਜੀ ਆ ਕੇ ਰੋਟੀ ਖਾ ਕੇ ਰਜਾਈ ਵਿੱਚ ਲੇਟਦੇ ਜਾਂ ਬਿਸਤਰ ਤੇ ਲੇਟਦੇ ਤਾਂ ਉਹਨਾਂ ਦੇ ਦੋਵੇਂ ਬੱਚੇ ਆ ਜਾਂਦੇ, ਰਜਨੀ ਤੇ ਵਰਿੰਦਰ, ਤੇ ਉਹਨਾਂ ਪਿੱਛੇ ਹੀ ਪੈ ਜਾਂਦੇ। ਉਹਨਾਂ ਦਾ ਖੇੜਾ ਹੀ ਨਾ ਛੱਡਦੇ, ਪਿੱਛਾ ਹੀ ਨਾ ਛੱਡਦੇ ਜਦ ਤੱਕ ਉਹ ਕਹਾਣੀ ਨਾ ਸੁਣਾਉਂਦੇ। ਤਾਂ ਉਹ ਬਹੁਤ ਟਾਲਦੇ ਵੀ ਰਹਿਣ ਦੋ ਅੱਜ ਨਹੀਂ ਕੱਲ ਕਰਾਂਗੇ, ਪਰ ਬੱਚੇ ਅੜ ਜਾਂਦੇ। ਅੱਜ ਵੀ ਜਦੋਂ ਬੱਚੇ ਜਿੱਦ ਕਰਨ ਲੱਗੇ ਤਾਂ ਉਹਨਾਂ ਨੇ ਕਹਾਣੀ ਸ਼ੁਰੂ ਕਰਤੀ। ਹੁਣ ਬੱਚਿਆਂ ਨੇ ਜਿੱਦ ਕੀਤੀ ਖਾਣ ਤੋਂ ਬਾਅਦ ਵੀ ਕਹਾਣੀ ਸੁਣਾਓ ਤੇ ਉਹਨਾਂ ਨੇ ਕਹਾਣੀ ਸ਼ੁਰੂ ਕਰਤੀ। ਆਓ ਦੇਖੀਏ ਕੀ ਹੈ ਕਹਾਣੀ ਵਿੱਚ। ਇੱਕ ਪਿੰਡ ਵਿੱਚ ਇੱਕ ਬੁੱਢੀ ਰਹਿੰਦੀ ਸੀ। ਕਹਿੰਦੇ ਹਨ ਕਿ ਉਹ ਜੋ ਵੀ ਮੂੰਹੋਂ ਬੋਲਦੀ ਸੱਚ ਹੋ ਜਾਂਦਾ ਸੀ। ਇੱਕ ਵਾਰੀ ਇੱਕ ਸ਼ਹਿਰੀ ਬੰਦਾ ਉਸਦੇ ਘਰ ਆਇਆ। ਉਸਨੇ ਬੁੱਢੀ ਨੂੰ ਕਿਹਾ, ਮਾਤਾ ਜੀ ਤੁਹਾਡੇ ਚੁੱਲ੍ਹੇ ਵਿੱਚ ਅੱਗ ਹੈ। ਬੁੱਢੀ ਨੇ ਪੁੱਛਿਆ, ਕੀ ਕਰਨੀ ਹੈ? ਸ਼ਹਿਰੀ ਬੰਦੇ ਨੇ ਕਿਹਾ, ਛੱਲੀਆਂ ਭੁੰਨਣੀਆਂ ਹਨ। ਬੁੱਢੀ ਬੋਲੀ, ਪਰ ਜੇ ਅੱਗ ਨਾ ਹੋਵੇ? ਸ਼ਹਿਰੀ ਬੰਦੇ ਨੇ ਕਿਹਾ, ਮੈਂ ਕਿਸੇ ਹੋਰ ਘਰੋਂ ਲੈ ਆਵਾਂਗਾ। ਤਾਂ ਹੋਇਆ ਕਿ ਇੱਕ ਪਿੰਡ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ। ਇੰਜ ਮੰਨਿਆ ਜਾਂਦਾ ਸੀ ਉਹ ਮੂੰਹੋਂ ਜੋ ਵੀ ਬੋਲਦੀ ਸੀ ਉਹ ਸੱਚ ਹੋ ਜਾਂਦਾ ਸੀ। ਤੇ ਇੱਕ ਦਿਨ ਉਹਦੇ ਘਰੇ ਆ ਦੇਖੋ ਛੱਲੀਆਂ ਫੜੀ ਇੱਕ ਸ਼ਹਿਰੀ ਬੰਦਾ ਆਇਆ ਤੇ ਉਹਨੇ ਬੁੱਢੀ ਔਰਤ ਨੂੰ ਪੁੱਛਿਆ ਵੀ ਮਾਤਾ ਜੀ ਤੁਹਾਡੇ ਘਰੇ ਚੁੱਲ੍ਹੇ ਦੀ ਅੱਗ ਹੈਗੀ ਹੈ? ਤਾਂ ਉਹ ਔਰਤ ਪੁੱਛਦੀ ਹੈ ਵੀ ਤੂੰ ਕੀ ਕਰਨਾ ਹੈ ਪੁੱਤ? ਤਾਂ ਉਹ ਬੰਦਾ ਕਹਿੰਦਾ ਵੀ ਮਾਤਾ ਜੀ ਮੈਂ ਤਾਂ ਛੱਲੀਆਂ ਭੁੰਨੀਆਂ ਸੀ, ਇਸ ਪੱਖੋਂ ਪੁੱਛ ਰਿਹਾ ਸੀ। ਤਾਂ ਉਹ ਔਰਤ ਅੱਗੇ ਕੁਝ ਕਹਿੰਦੀ ਹੈ, ਕਹਿੰਦੀ ਵੀ ਪੁੱਤ ਜੇ ਅੱਗ ਨਾ ਹੋਵੇ ਫੇਰ? ਤਾਂ ਉਹ ਸ਼ਹਿਰੀ ਬੰਦਾ ਕਹਿੰਦਾ ਕੋਈ ਗੱਲ ਨਹੀਂ ਮਾਤਾ ਜੀ, ਫੇਰ ਮੈਂ ਕਿਸੇ ਹੋਰ ਘਰੋਂ ਲੈ ਆਵਾਂਗਾ। ਪਰ ਜੇ ਤੈਨੂੰ ਕਿਧਰੇ ਵੀ ਅੱਗ ਨਾ ਮਿਲੇ? ਉਸ ਬੁੱਢੀ ਨੇ ਕਿਹਾ। ਸ਼ਹਿਰੀ ਬੰਦਾ ਹੈਰਾਨ ਹੋ ਕੇ ਬੋਲਿਆ, ਇਹ ਕਿਵੇਂ ਹੋ ਸਕਦਾ ਹੈ? ਹੋ ਤਾਂ ਪੁੱਤਰ ਸਭ ਕੁਝ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਲੋਕਾਂ ਦੇ ਘਰੀ ਅੱਜ ਬਾਲਣ ਹੀ ਨਾ ਹੋਵੇ, ਫੇਰ ਅੱਗ ਕਿਵੇਂ ਮਚੇਗੀ? ਪਰ ਬਾਲਣ ਕਿੰਜ ਨਾ ਹੋਵੇ? ਕਦੇ ਬਾਲਣ ਵੀ ਮੁੱਕ ਸਕਦਾ ਹੈ ਦੁਨੀਆ ਵਿੱਚੋਂ। ਕਿਹੋ ਜਿਹੀਆਂ ਗੱਲਾਂ ਕਰਨੀ ਹੈ ਮਾਈ? ਤਾਂ ਉਹ ਮਾਈ ਕਹਿੰਦੀ ਹੈ, ਬੁੱਢੀ ਔਰਤ ਕਹਿੰਦੀ ਹੈ ਵੀ ਪੁੱਤ ਮੰਨ ਲੈ ਕਿਸੇ ਹੋਰ ਦੇ ਘਰੇ ਵੀ ਤੈਨੂੰ ਅੱਗ ਨਾ ਮਿਲੇ। ਤਾਂ ਸ਼ਹਿਰੀ ਬੰਦਾ ਕਹਿੰਦਾ ਹੈਰਾਨ ਹੋ ਕੇ, ਇਹ ਕਿਵੇਂ ਹੋ ਸਕਦਾ ਵੀ ਕਿਸੇ ਦਾ ਘਰੇ ਅੱਗ ਹੀ ਨਾ ਹੋਵੇ? ਤਾਂ ਬੁੱਢੀ ਮਾਈ ਕਹਿੰਦੀ ਹੈ ਵੀ ਪੁੱਤ ਕੁਝ ਵੀ ਹੋ ਸਕਦਾ ਹੋਣ ਨੂੰ। ਤਾਂ ਇੰਜ ਵੀ ਹੋ ਸਕਦਾ ਵੀ ਲੋਕਾਂ ਦੇ ਘਰੀ ਅੱਜ ਬਾਲਣ ਹੀ ਨਾ ਹੋਵੇ, ਜਿਹਦੇ ਨਾਲ ਅੱਗ ਵਗਦੀ ਹੈ ਜਾਂ ਅੱਗ ਚੱਲਦੀ ਹੈ, ਫੇਰ ਕੀ ਕਰੇਗਾ? ਤਾਂ ਉਹ ਸ਼ਹਿਰੀ ਬੰਦਾ ਕਹਿੰਦਾ ਕਿੱਦਾਂ ਦੀ ਗੱਲਾਂ ਕਰਦੀ ਹੈ ਮਾਈ? ਇੰਜ ਵੀ ਕਿਵੇਂ ਹੋ ਸਕਦਾ ਵੀ ਬਾਲਣ ਹੀ ਮੁੱਕ ਜਾਵੇ ਘਰਾਂ ਵਿੱਚੋਂ, ਕਿਸੇ ਕੋਲ ਵੀ ਨਾ ਹੋਏ, ਦੁਨੀਆ ਵਿੱਚੋਂ ਹੀ ਮੁੱਕ ਜਾਏ ਬਾਲਣ? ਤੇ
ਅੱਗੇ ਕੀ ਹੁੰਦਾ ਹੈ? ਬੁੱਢੀ ਮਾਈ ਮੁਸਕਰਾ ਪਈ। ਆਪਣੀ ਡੰਗੋਰੀ ਉਤਾਂ ਚੁੱਕ ਕੇ ਬੋਲੀ, ਜਾ ਅਗਲੇ 24 ਘੰਟੇ ਤੈਨੂੰ ਕਿਧਰੇ ਵੀ ਬਾਲਣ ਨਹੀਂ ਮਿਲੇਗਾ। ਤੇ ਹੁਣ ਬੁੱਢੀ ਮਾਈ ਤਾਂ ਜੋ ਵੀ ਬੋਲਦੀ ਸੀ ਉਹ ਸੱਚ ਹੋ ਜਾਂਦਾ ਸੀ। ਤੇ ਉਹਨੇ ਸ਼ਹਿਰੀ ਬੰਦੇ ਨੂੰ ਕਹਿਤਾ ਵੀ ਜਾ, ਜਿੱਧਰ ਵੀ ਜਾਣਾ ਤੂੰ ਜਾ, ਤੈਨੂੰ ਅਗਲੇ 24 ਘੰਟੇ 'ਚ ਕਿਤੇ ਵੀ ਬਾਲਣ ਨਹੀਂ ਮਿਲੇਗਾ। ਜਿਹਦਾ ਮਤਲਬ ਇਹ ਵੀ ਤੂੰ ਛਲੀਆਂ ਲੈ ਕੇ ਘੁੰਮਦਾ ਫਿਰੇਗਾ, ਪਰ ਤੈਨੂੰ ਇਹਨਾਂ ਨੂੰ ਭੁੰਨਣ ਦਾ ਕਿਤੇ ਵੀ ਮੌਕਾ ਨਹੀਂ ਮਿਲੇਗਾ। ਬੁੱਢੀ ਦੇ ਬੋਲ ਤਾਂ ਪੂਰੇ ਹੁੰਦੇ ਹੀ ਸਨ, ਪਰ ਸ਼ਹਿਰੀ ਬੰਦੇ ਨੂੰ ਵਿਸ਼ਵਾਸ ਨਾ ਆਇਆ। ਉਸਨੇ ਸੋਚਿਆ ਬੁੱਢੀ ਝੱਲੀ ਹੋ ਗਈ ਹੈ। ਉਹ ਅੱਗ ਲੈਣ ਅਗਲੇ ਘਰ ਚਲਾ ਗਿਆ, ਪਰ ਉਸਨੇ ਵੇਖਿਆ ਕਿ ਉਸ ਘਰ ਵਿੱਚ ਬਾਲਣ ਮੁੱਕਿਆ ਹੋਇਆ ਸੀ। ਤਾਂ ਉਹ ਸ਼ਹਿਰੀ ਬੰਦੇ ਨੂੰ ਲੱਗਿਆ ਵੀ ਇਹ ਝੱਲੀ ਹੋ ਗਈ ਹੈ, ਕੁਝ ਵੀ ਬੋਲੀ ਜਾਂਦੀ ਹੈ ਬੁੱਢੀ ਮਾਈ। ਤਾਂ ਉਹ ਆਪਣਾ ਕੰਮ ਕਰਨ ਲਈ ਅੱਗ ਤੇ ਬਾਲਣ ਦੇਖਣ ਲਈ ਅਗਲੇ ਘਰ ਚਲਾ ਗਿਆ। ਅਗਲੇ ਘਰ ਜਦੋਂ ਗਿਆ ਉਹਨੇ ਦੇਖਿਆ ਵੀ ਉੱਥੇ ਵੀ ਬਾਲਣ ਨਹੀਂ ਹੈ। ਸ਼ਹਿਰੀ ਬੰਦਾ ਉਸ ਪਿੱਛੋਂ ਘਰ ਘਰ ਫਿਰਿਆ, ਪਰ ਸਾਰੇ ਲੋਕ ਹੀ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ। ਕਿਸੇ ਦੇ ਘਰ ਚਾਹ ਪਾਣੀ ਨਹੀਂ ਸੀ ਬਣਿਆ, ਰੋਟੀ ਨਹੀਂ ਸੀ ਪੱਕੀ, ਤੇ ਭੁੱਖੇ ਨਿਆਣੇ ਵੇੜਿਆਂ ਵਿੱਚ ਵਿਲਕਦੇ ਫਿਰਦੇ ਸਨ। ਤਾਂ ਹੁਣ ਉਹਨੇ ਦੇਖਿਆ ਵੀ ਘਰ ਘਰ ਵਿੱਚ ਬਾਲਣ ਦੀ ਸ਼ਿਕਾਇਤ ਹੈਗੀ ਹੈ, ਕਿਤੇ ਵੀ ਬਾਲਣ ਨਹੀਂ ਹੈਗਾ, ਕਿਤੇ ਵੀ ਚਾਹ ਨਹੀਂ ਬਣੀ, ਰੋਟੀ ਨਹੀਂ ਬਣੀ, ਕਿਸੇ ਨੇ ਖਾਣਾ ਨਹੀਂ ਖਾਇਆ, ਰੋਟੀ ਤੋਂ ਬਿਨਾਂ ਹੈਗੇ ਨੇ ਸਾਰੇ। ਤੇ ਜਿਹੜੇ ਨਿਆਣੇ ਨੇ ਉਹ ਵੀ ਤਿਲਕਦੇ ਫਿਰਦੇ ਨੇ ਆਪਣੇ ਵਿਹੜੇ ਵਿੱਚ। ਤਾਂ ਹੁਣ ਉਹਨੂੰ ਲੱਗਦਾ ਵੀ ਇਹ ਤਾਂ ਗੱਲ ਖਰਾਬ ਹੋ ਗਈ। ਤਾਂ ਸ਼ਹਿਰੀ ਬੰਦੇ ਨੂੰ ਵਿਸ਼ਵਾਸ ਹੋ ਗਿਆ ਕਿ ਉਸ ਬੁੱਢੀ ਦੇ ਬੋਲ ਸੱਚਮੁੱਚ ਪੂਰੇ ਹੋ ਗਏ ਨੇ। ਫਿਰ ਉਸਨੇ ਸੋਚਿਆ ਹੋ ਸਕਦਾ ਹੈ ਬਾਲਣ ਇਸ ਪਿੰਡ ਵਿੱਚ ਹੀ ਮੁੱਕਿਆ ਹੋਵੇ, ਸ਼ਹਿਰ ਚੱਲਦੇ ਆਂ। ਉੱਥੇ ਤਾਂ ਬਾਲਣ ਦੀ ਥਾਂ ਕੋਲਾ, ਮਿੱਟੀ ਦਾ ਤੇਲ, ਗੈਸ ਤੇ ਬਿਜਲੀ ਵਰਤੀ ਜਾਂਦੀ ਹੈ। ਉਹ ਜਦੋਂ ਪਿੰਡੋਂ ਬਾਹਰ ਆਇਆ ਤਾਂ ਸੜਕ ਉੱਤੇ ਇੱਕ ਬੱਸ ਖਲੋਤੀ ਸੀ। ਉਸਦੇ ਆਲੇ ਦੁਆਲੇ 40-50 ਬੰਦੇ ਇਕੱਠੇ ਹੋਏ ਖੜੇ ਸਨ। ਸ਼ਹਿਰੀ ਨੇ ਸੋਚਿਆ ਇਹ ਵੀ ਚੰਗਾ ਹੋਇਆ, ਉਹ ਬੱਸ ਉੱਤੇ ਛੇਤੀ ਹੀ ਸ਼ਹਿਰ ਪਹੁੰਚ ਜਾਏਗਾ। ਬੱਸ ਦੇ ਕੋਲ ਆਇਆ ਤਾਂ ਪਤਾ ਲੱਗਿਆ ਕਿ ਉਹ ਖਰਾਬ ਹੈ। ਉਸਨੇ ਭੀੜ ਵਿੱਚ ਘਿਰੇ ਹੋਏ ਬੱਸ ਦੇ ਡਰਾਈਵਰ ਨੂੰ ਪੁੱਛਿਆ, ਕੀ ਖਰਾਬੀ ਹੋ ਗਈ ਭਰਾਵਾ? ਡਰਾਈਵਰ ਨੇ ਜਵਾਬ ਦਿੱਤਾ, ਜੀ ਬਾਲਣ ਮੁੱਕ ਗਿਆ। ਬਾਲਣ ਮੁੱਕ ਗਿਆ? ਕੀ ਬੱਸ ਬਾਲਣ ਨਾਲ ਚਲਦੀ ਹੈ? ਹੋਰ ਕੀ, ਪੈਟਰੋਲ ਤੇ ਡੀਜ਼ਲ ਵੀ ਤਾਂ ਬਾਲਣ ਹੀ ਹੁੰਦਾ ਹੈ ਜੀ। ਹੁਣ ਬੱਸ ਨਹੀਂ ਚੱਲ ਸਕਦੀ। ਬਾਲਣ ਤੋਂ ਬਿਨਾ ਰੋਟੀ ਪੱਕ ਸਕਦੀ ਹੈ ਬਾਬੂ ਜੀ? ਨਹੀਂ। ਫਿਰ ਇਹ ਬੱਸ ਕਿਵੇਂ ਤੁਰ ਪਏਗੀ? ਤਾਂ ਹੋਇਆ ਕਿ ਉਹਨੇ ਸੋਚਿਆ ਵੀ ਹੋ ਸਕਦਾ ਹੈ ਸ਼ਹਿਰੀ ਬੰਦੇ ਨੇ ਵੀ ਇਸ ਪਿੰਡ ਵਿੱਚ ਹੀ ਬਾਲਣ ਮੁੱਕਿਆ ਹੋਏ। ਮੈਂ ਇੰਜ ਕਰਦਾ ਵੀ ਅੱਜ ਮੈਂ ਸ਼ਹਿਰ ਚਲਾ ਜਾਂਦਾ। ਸ਼ਹਿਰ ਵਿੱਚ ਤਾਂ ਬਾਲਣ ਦੇ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਗੈਸ ਹੁੰਦੀ ਹੈ, ਮਿੱਟੀ ਦਾ ਤੇਲ ਵਰਤਿਆ ਜਾਂਦਾ ਹੈ, ਬਿਜਲੀ ਉੱਤੇ ਕੰਮ ਹੁੰਦਾ ਹੈ, ਕੁਝ ਨਾ ਕੁਝ ਤਾਂ ਮੈਨੂੰ ਮਿਲ ਹੀ ਜਾਏਗਾ ਜਿਹਦੇ ਨਾਲ ਮੇਰਾ ਕੰਮ ਸਰ ਜਾਏਗਾ। ਤੇ ਜਦੋਂ ਉਹ ਪਿੰਡੋਂ ਬਾਹਰ ਨਿਕਲਦਾ ਹੈ ਤੇ ਰਸਤੇ ਵਿੱਚ ਦੇਖਦਾ ਹੈ ਵੀ ਆਹਾ ਵਧੀਆ ਹੋ ਗਿਆ ਵੀ ਬੱਸ ਖਲੋਤੀ ਪਈ ਹੈ, ਖੜੀ ਪਈ ਹੈ ਉੱਥੇ, ਹੁਣ ਤਾਂ ਮੈਨੂੰ ਬੱਸ ਮਿਲ ਜਾਏਗੀ ਤੇ ਮੈਂ ਬੱਸ ਉੱਤੇ ਚੜ ਕੇ ਛੇਤੀ ਦੇਰੀ ਸ਼ਹਿਰ ਪਹੁੰਚ ਜਾਵਾਂਗਾ। ਤੇ ਜਦੋਂ ਕੋਲ ਗਿਆ ਬੱਸ ਤੇ ਉਹਨੇ ਦੇਖਿਆ ਵੀ ਬੱਸ ਨੂੰ ਤਾਂ ਲੋਕਾਂ ਨੇ ਘੇਰਿਆ ਹੋਇਆ, 40-50 ਲੋਕ ਉੱਥੇ ਖੜੇ ਨੇ। ਉਹਨੂੰ ਸਮਝ ਨਾ ਆਏ। ਜਦ ਉਹਨੇ ਪੁੱਛਿਆ ਡਰਾਈਵਰ ਨੂੰ ਤਾਂ ਉਹਨੂੰ ਪਤਾ ਲੱਗਿਆ ਵੀ ਬੱਸ ਤਾਂ ਖਰਾਬ ਹੋ ਗਈ ਹੈ। ਤੇ ਫਿਰ ਉਹਨੇ ਡਰਾਈਵਰ ਨੂੰ ਪੁੱਛਿਆ ਵੀ ਵੀਰੇ ਕੀ ਹੋ ਗਿਆ, ਬੱਸ 'ਚ ਕੀ ਖਰਾਬੀ ਹੈ? ਡਰਾਈਵਰ ਨੇ ਕਿਹਾ ਵੀ ਵੀਰ ਜੀ ਬਾਲਣ ਮੁੱਕ ਗਿਆ, ਹੁਣ ਬੱਸ ਨਹੀਂ ਚੱਲ ਸਕਦੀ। ਤੇ ਉਹ ਸ਼ਹਿਰੀ ਬੰਦਾ ਬੜਾ ਹੈਰਾਨ ਹੋ ਕੇ ਕਹਿੰਦਾ ਹੈ, ਭਲਾ ਬੱਸ ਨੂੰ ਵੀ ਬਾਲਣ ਦੀ ਲੋੜ ਪੈਂਦੀ ਹੈ? ਤਾਂ ਡਰਾਈਵਰ ਕਹਿੰਦਾ ਹੋਰ ਕੀ ਜੀ, ਪੈਟਰੋਲ ਡੀਜ਼ਲ ਇਹ ਬਾਲਣ ਹੀ ਤਾਂ ਹੋਇਆ ਬੱਸ ਲਈ। ਭਲਾ ਤੁਸੀਂ ਮੈਨੂੰ ਦੱਸੋ, ਤੁਸੀਂ ਰੋਟੀ ਬਾਲਣ ਤੋਂ ਬਿਨਾ ਬਣਾ ਸਕਦੇ ਹੋ? ਤਾਂ ਸ਼ਹਿਰੀ ਬੰਦਾ ਕਹਿੰਦਾ ਨਾ ਬਈ ਵੀਰੇ ਨਾ। ਤਾਂ ਡਰਾਈਵਰ ਕਹਿੰਦਾ ਬਸ ਫਿਰ
ਬੱਸ ਵੀ ਨਹੀਂ ਚੱਲ ਸਕਦੀ, ਅੱਜ ਤਾਂ ਨਹੀਂ ਤੁਰੂਗੀ ਕਿਉਂਕਿ ਬਾਲਣ ਹੀ ਨਹੀਂ ਹੈ। ਸ਼ਹਿਰ ਉੱਥੋਂ 4 ਕਿਲੋਮੀਟਰ ਦੂਰ ਸੀ। ਸ਼ਹਿਰੀ ਬੰਦਾ ਬੜੀ ਮੁਸ਼ਕਲ ਵਿੱਚ ਫਸ ਗਿਆ, ਪਰ ਥੋੜੀ ਦੂਰ ਆ ਕੇ ਉਸਨੇ ਵੇਖਿਆ ਇੱਕ ਬੰਦਾ ਮੋਟਰਸਾਈਕਲ ਲਈ ਖੜੋਤਾ ਸੀ। ਸ਼ਹਿਰੀ ਨੇ ਸੋਚਿਆ ਉਹ ਉਸਦੇ ਨਾਲ ਬੈਠ ਕੇ ਚਲਾ ਜਾਏਗਾ, ਪਰ ਜਦੋਂ ਉਸਦੇ ਕੋਲ ਆ ਕੇ ਪੁੱਛਿਆ ਤਾਂ ਉਸਨੇ ਵੀ ਬੱਸ ਡਰਾਈਵਰ ਵਾਲਾ ਉੱਤਰ ਦਿੱਤਾ, ਪੈਟਰੋਲ ਮੁੱਕ ਗਿਆ ਏ। ਹੁਣ ਸ਼ਹਿਰੀ ਬੰਦੇ ਸੋਚ ਵਿੱਚ ਪੈ ਗਿਆ। ਉਹ ਕਹਿੰਦਾ ਵੀ ਸ਼ਹਿਰ ਤਾਂ ਇੱਥੋਂ 4 ਕਿਲੋਮੀਟਰ ਦੂਰ ਹੈ, ਹੁਣ ਕੀ ਕੀਤਾ ਜਾਏ। ਤਾਂ ਉਹ ਥੋੜਾ ਅੱਗੇ ਤੁਰਿਆ ਤਾਂ ਉਹਨੇ ਦੇਖਿਆ ਵੀ ਉੱਥੇ ਇੱਕ ਬੰਦਾ ਮੋਟਰਸਾਈਕਲ ਲੈ ਕੇ ਖਲੋਤਾ ਸੀ। ਬੜਾ ਖੁਸ਼ ਹੋਇਆ। ਉਹ ਕਹਿੰਦਾ ਹੁਣ ਮੈਂ ਮੋਟਰਸਾਈਕਲ ਤੇ ਸ਼ਹਿਰ ਚਲਾ ਜਾਵਾਂਗਾ, ਇਹਦੇ ਬੰਦੇ ਤੋਂ ਮਦਦ ਮੰਗ ਲੈਂਦਾ। ਤਾਂ ਭੱਜਿਆ ਭੱਜਿਆ ਬੰਦੇ ਕੋਲ ਗਿਆ। ਉਹਨੇ ਸੋਚਿਆ ਵੀ ਮੈਂ ਇਹਦੇ ਪਿੱਛੇ ਬੈਠ ਕੇ ਸ਼ਹਿਰ ਪਹੁੰਚਣਾ। ਤਾਂ ਜਦ ਉਹਨੇ ਜਾ ਕੇ ਉਸ ਬੰਦੇ ਨੂੰ ਪੁੱਛਿਆ ਵੀ ਵੀਰੇ ਚੱਲੇਗਾ, ਤਾਂ ਉਹ ਅੱਗੇ ਕਹਿੰਦਾ ਵੀ ਬਾਲਣ ਮੁੱਕਿਆ। ਉਹੀ ਜਵਾਬ ਦਿੰਦਾ ਜਿਹੜਾ ਬੱਸ ਡਰਾਈਵਰ ਨੇ ਦਿੱਤਾ ਸੀ, ਪੈਟਰੋਲ ਮੁੱਕਿਆ। ਇਹ ਕਮਾਲ ਦੀ ਗੱਲ ਹੈ, ਸ਼ਹਿਰੀ ਬੰਦੇ ਨੇ ਹੈਰਾਨੀ ਤੇ ਥਕਾਵਟ ਨਾਲ ਕਿਹਾ। ਇੰਜ ਤਾਂ ਸਾਰੇ ਕਾਰੋਬਾਰ ਰੁਕ ਜਾਣਗੇ। ਉਹ ਬੰਦਾ ਬੜੀ ਮੁਸ਼ਕਲ ਨਾਲ ਪੈਦਲ ਤੁਰ ਕੇ ਸ਼ਹਿਰ ਪਹੁੰਚਿਆ। ਸ਼ਹਿਰ ਦੇ ਬਾਜ਼ਾਰ ਵਿੱਚ ਉਸਨੇ ਵੇਖਿਆ ਕਿ ਦੁਕਾਨਦਾਰ ਅਖਬਾਰਾਂ, ਪਰਨਿਆਂ ਤੇ ਪੱਖਿਆਂ ਨਾਲ ਹਵਾ ਚੱਲ ਰਹੇ ਹਨ। ਜਦੋਂ ਉਹ ਆਪਣੇ ਘਰ ਪੁੱਜਿਆ ਤਾਂ ਪਤਾ ਲੱਗਿਆ ਕਿ ਬਿਜਲੀ ਬੰਦ ਹੈ। ਕੁਝ ਖਿੱਚ ਕੇ ਉਸਨੇ ਆਪਣੇ ਵੱਡੇ ਮੁੰਡੇ ਕੋਲੋਂ ਪੁੱਛਿਆ, ਬਿਜਲੀ ਨੂੰ ਕੀ ਗੋਲੀ ਵੱਜ ਗਈ ਹੈ ਅੱਜ? ਬਿਜਲੀ ਜਿਹੜੇ ਥਰਮਲ ਪਲਾਂਟ ਤੋਂ ਆਉਂਦੀ ਹੈ, ਉੱਥੇ ਕੋਲਾ ਮੁੱਕ ਗਿਆ। ਤਾਂ ਉਹ ਕਰਦੇ ਕਰਾਂਦੇ ਆਪਣੇ ਸ਼ਹਿਰ ਪਹੁੰਚਿਆ। ਤਾਂ ਉੱਥੇ ਜਾ ਕੇ ਉਹਨੇ ਦੇਖਿਆ ਵੀ ਬਿਜਲੀ ਹੈ ਨਹੀਂ, ਪੱਖੇ ਜਿਹੜੇ ਲਏ ਜਾ ਰਹੇ ਨੇ ਉਹ ਪੱਖੀਆਂ ਨਾਲ ਚੱਲ ਰਹੇ ਨੇ ਬੰਦੇ, ਜਾਂ ਫਿਰ ਅਖਬਾਰਾਂ ਨਾਲ ਹਵਾ ਲੈ ਰਹੇ ਨੇ। ਤਾਂ ਜਦ ਉਹ ਆਪਣੇ ਘਰ ਪੁੱਜਿਆ ਤਾਂ ਉਹਨੇ ਦੇਖਿਆ ਵੀ ਬਿਜਲੀ ਨਹੀਂ ਹੈ। ਫਿਰ ਉਹਨੇ ਆਪਣੇ ਵੱਡੇ ਪੁੱਤ ਨੂੰ ਪੁੱਛਿਆ ਵੀ ਕੀ ਹੋ ਗਿਆ, ਬਿਜਲੀ ਕਿੱਥੇ ਗਈ, ਬਿਜਲੀ ਨੂੰ ਕਿਹਨੇ ਗੋਲੀ ਮਾਰਤੀ? ਤਾਂ ਉਹਦਾ ਪੁੱਤ ਦੱਸਦਾ ਹੈ ਵੀ ਪਿਤਾ ਜੀ, ਜਿਹੜੇ ਥਰਮਲ ਪਲਾਂਟ ਤੋਂ ਬਿਜਲੀ ਆਉਂਦੀ ਹੈ, ਜਿੱਥੋਂ ਬਿਜਲੀ ਆਉਂਦੀ ਹੈ, ਬਿਜਲੀ ਪੈਦਾ ਕਰਨ ਲਈ ਕੋਇਲੇ ਦੀ ਲੋੜ ਪੈਂਦੀ ਹੈ, ਤਾਂ ਉਸ ਥਰਮਲ ਪਲਾਂਟ ਵਿੱਚ ਕੋਇਲਾ ਮੁੱਕ ਗਿਆ। ਇਹ ਬਾਲਣ ਮੁੱਕਣ ਵਾਲੀ ਚੰਗੀ ਮੁਸੀਬਤ ਹੈ, ਹਰ ਥਾਂ ਇਹ ਬਾਲਣ ਮੁੱਕ ਗਿਆ ਹੈ। ਉਸ ਵੇਲੇ ਸ਼ਹਿਰੀ ਬੰਦੇ ਦਾ ਛੋਟਾ ਪੁੱਤਰ ਬੈਗ ਚੁੱਕਿਆ ਅੰਦਰ ਆਇਆ। ਉਸਨੇ ਦੱਸਿਆ ਕਿ ਉਹ ਦਿੱਲੀ ਜਾ ਰਿਹਾ ਸੀ, ਪਰ ਗੱਡੀ ਹੀ ਨਹੀਂ ਆ ਰਹੀ। ਕਹਿੰਦੇ ਨੇ ਪਿਛਲੇ ਸਟੇਸ਼ਨ ਉੱਤੇ ਖਲੋਤੀ ਹੈ, ਬਾਲਣ ਮੁੱਕ ਗਿਆ। ਐਨੇ ਨੂੰ ਉਹਦਾ ਛੋਟਾ ਮੁੰਡਾ ਵੀ ਆ ਗਿਆ। ਉਹ ਦਿੱਲੀ ਨੂੰ ਜਾ ਰਿਹਾ ਸੀ। ਉਹ ਕਹਿੰਦਾ, ਪਿਤਾ ਜੀ ਮੇਰੀ ਵੀ ਗੱਡੀ ਨਹੀਂ ਚੱਲੀ। ਸਾਰੀ ਜਨਤਾ ਉੱਥੇ ਸਟੇਸ਼ਨ ਤੇ ਦੱਸ ਰਹੀ ਹੈ ਵੀ ਸਾਡੀ ਗੱਡੀ ਜਿਹੜੀ ਸਾਡੇ ਸਟੇਸ਼ਨ ਤੇ ਆਣੀ ਸੀ, ਉਹ ਜੇ ਪਿਛਲੇ ਸਟੇਸ਼ਨ ਤੇ ਖਲੋਤੀ ਹੈ, ਕਿਉਂਕਿ ਉਹਦੇ ਵਿੱਚ ਬਾਲਣ ਮੁੱਕ ਗਿਆ। ਸ਼ਹਿਰੀ ਬੰਦੇ ਨੂੰ ਕੁਝ ਡਰ ਜਿਹਾ ਲੱਗਿਆ। ਉਸਨੇ ਫਿਕਰਮੰਦ ਹੋ ਕੇ ਕਿਹਾ, ਜੇ ਤੂੰ ਦਿੱਲੀ ਕੱਲ ਤੱਕ ਨਾ ਪਹੁੰਚ ਸਕਿਆ ਤਾਂ ਆਪਣਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਏਗਾ। ਟੈਲੀਫੋਨ ਕਰਕੇ ਪਤਾ ਕਰ, ਜੇਕਰ ਕੋਈ ਹਵਾਈ ਜਹਾਜ਼ ਜਾਂਦਾ ਹੋਵੇ ਤਾਂ ਹੁਣ ਸ਼ਹਿਰੀ ਬੰਦਾ ਬਹੁਤ ਟੈਨਸ਼ਨ ਵਿੱਚ ਆ ਗਿਆ। ਉਸਨੂੰ ਇੰਜ ਜਾਪਿਆ ਵੀ ਜੇ ਉਹਦਾ ਛੋਟਾ ਮੁੰਡਾ ਦਿੱਲੀ ਨਾ ਗਿਆ ਤਾਂ ਉਹਨਾਂ ਨੂੰ ਤਾਂ ਨੁਕਸਾਨ ਹੋ ਜਾਏਗਾ। ਤਾਂ ਫਟਾਫਟ ਆਪਣੇ ਛੋਟੇ ਮੁੰਡੇ ਨੂੰ ਕਹਿੰਦਾ ਵੀ ਤੂੰ ਇੰਜ ਕਰ, ਤੂੰ ਟੈਲੀਫੋਨ ਕਰਕੇ ਪਤਾ ਕਰ ਵੀ ਦਿੱਲੀ ਨੂੰ ਕੋਈ ਹਵਾਈ ਜਹਾਜ਼ ਜਾਂਦਾ ਜਾਂ ਨਹੀਂ ਜਾਂਦਾ। ਜੇ ਰੇਲ ਗੱਡੀ ਤੇ ਨਹੀਂ ਜਾ ਸਕਦੇ, ਬੱਸਾਂ ਨਹੀਂ ਚੱਲ ਰਹੀਆਂ, ਹਵਾਈ ਜਹਾਜ਼ ਤਾਂ ਉੱਡਦਾ ਹੋਏਗਾ ਨਾ। ਮੁੰਡੇ ਨੇ ਟੈਲੀਫੋਨ ਚੁੱਕਿਆ ਤਾਂ ਪਤਾ ਲੱਗ ਗਿਆ ਕਿ ਬਾਲਣ ਮੁੱਕ ਜਾਣ ਕਰਕੇ ਕੋਈ ਵੀ ਜਹਾਜ਼ ਨਹੀਂ ਉੱਡ ਰਿਹਾ। ਤਾਂ ਹੁਣ ਪਤਾ ਲੱਗਿਆ ਵੀ ਜੀ ਜਹਾਜ਼ ਵੀ ਨਹੀਂ ਉੱਡ ਰਿਹਾ ਕਿਉਂਕਿ ਬਾਲਣ ਮੁੱਕਿਆ। ਕੁਝ ਚਿਰ ਪਿੱਛੋਂ ਰਾਤ ਪੈ ਗਈ। ਸਾਰੇ ਘਰਾਂ ਵਿੱਚ ਗੁੱਪ ਹਨੇਰਾ ਹੋ ਗਿਆ। ਕਿਸੇ ਦੇ ਵੀ ਘਰ ਚੁੱਲ੍ਹਾ ਨਾ ਬਾਲਣ ਕਰਕੇ ਰੋਟੀ ਨਹੀਂ ਸੀ ਪੱਕੀ। ਬੱਚੇ ਭੁੱਖੇ ਰੋ ਰਹੇ ਸਨ। ਗਰਮੀ ਵਿੱਚ ਕਮਰਿਆਂ ਦੇ ਅੰਦਰ ਸੌਣ ਵਾਲੇ ਲੋਕ
ਪੱਖੇ ਨਾ ਚੱਲਣ ਕਰਕੇ ਮੁੜਕੋ ਮੁੜਕੀ ਹੋਏ ਹੋਏ ਸਨ। ਤੇ ਹੁਣ ਰਾਤ ਪੈ ਗਈ, ਪਤਾ ਲੱਗਿਆ ਹਵਾਈ ਜਹਾਜ਼ ਵੀ ਨਹੀਂ ਉੱਡ ਰਹੇ। ਤੇ ਉਹਨੇ ਦੇਖਿਆ ਵੀ ਬਾਲਣ ਹੀ ਨਹੀਂ ਹੈ, ਲੋਕੀ ਗਰਮੀ ਵਿੱਚ ਸੋਏ ਹੋਏ ਨੇ, ਰੋਟੀ ਵੀ ਨਹੀਂ ਬਣ ਰਹੀ ਤੇ ਬਹੁਤ ਬੁਰਾ ਹਾਲ ਹੈ। ਉਹ ਸ਼ਹਿਰੀ ਬੰਦਾ ਸੋਚ ਰਿਹਾ ਸੀ ਕਿ ਜੇ ਪੂਰੇ 24 ਘੰਟੇ ਇਵੇਂ ਰਿਹਾ ਤਾਂ ਲੋਕਾਂ ਦਾ ਕੀ ਹਾਲ ਹੋਵੇਗਾ। ਉਹਨੂੰ ਬੁੱਢੀ ਮਾਈ ਦੀ ਗੱਲ ਯਾਦ ਹੋ ਗਈ, ਉਹਨੇ ਤਾਂ 24 ਘੰਟੇ ਕਿਹਾ ਸੀ। ਸ਼ਹਿਰੀ ਬੰਦੇ ਨੇ ਘਬਰਾ ਕੇ ਹੱਥ ਜੋੜਦਿਆਂ ਕਿਹਾ, ਹੇ ਮਾਈ ਬੁੱਢੀ, ਜੇ ਤੇਰੇ ਕਹਿਣ ਨਾਲ ਹੀ ਦੁਨੀਆ ਵਿੱਚ ਬਾਲਣ ਮੁੱਕ ਆਏ ਤਾਂ ਮਿਹਰ ਕਰ। ਮੈਥੋਂ ਇਹ ਭੈੜੀ ਹਾਲਤ ਹੋਰ ਨਹੀਂ ਦੇਖੀ ਜਾਂਦੀ। ਉਸਦੇ ਕਹਿਣ ਦੀ ਢਿੱਲ ਸੀ ਕਿ ਉਸੇ ਵੇਲੇ ਬਿਜਲੀ ਆ ਗਈ। ਇੱਕਦਮ ਜਿਵੇਂ ਲੋਕਾਂ ਦੇ ਤਨ ਮਨ ਖਿੜ ਪਏ। ਬੱਚੇ ਖੁਸ਼ੀ ਨਾਲ ਕਿਲਕਾਰੀਆਂ ਮਾਰਨ ਲੱਗੇ। ਸੁਆਣੀਆਂ ਰੋਟੀਆਂ ਪਕਾਉਣ ਲੱਗ ਪਈਆਂ। ਪੱਖੇ ਹਵਾ ਦੇਣ ਲੱਗ ਪਏ। ਇੰਜ ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਗੂੜੀ ਨੀਂਦ ਵਿੱਚੋਂ ਜਾਗ ਪਿਆ ਹੋਵੇ। ਇੰਨੀ ਕਹਾਣੀ ਸੁਣਾ ਕੇ ਪਿਤਾ ਜੀ ਚੁੱਪ ਕਰ ਗਏ। ਬਸ ਬਾਤ ਮੁੱਕ ਗਈ ਪਿਤਾ ਜੀ, ਰਜਨੀ ਨੇ ਪੁੱਛਿਆ। ਤਾਂ ਹੋਇਆ ਕਿ ਵੀ ਬੰਦੇ ਨੇ, ਸ਼ਹਿਰੀ ਬੰਦੇ ਨੇ ਹੱਥ ਜੋੜ ਕੇ ਮਿੰਤ ਵਾਲੀ ਗੱਲ ਕੀਤੀ ਵੀ ਮਾਈ, ਤੇਰੇ ਕਹਿਣ ਪਿੱਛੋਂ ਮੈਨੂੰ ਬਾਲਣ ਤਾਂ ਮਿਲਿਆ ਨਹੀਂ, ਪਰ ਜੇ ਇੰਜ ਹੀ ਚੱਲਦਾ ਰਿਹਾ ਤਾਂ ਬਹੁਤ ਔਖਾ ਹੋ ਜਾਊਗਾ। ਮੇਰੇ ਤੋਂ ਇਹ ਹਾਲਤ ਹੋਰ ਦੇਖੀ ਨਹੀਂ ਜਾਂਦੀ ਲੋਕਾਂ ਦੀ। ਤੇ ਇਹਦੇ ਕਹਿਣ ਦੀ ਦੇਰ ਸੀ, ਪੱਖੇ, ਬਿਜਲੀਆਂ, ਬਾਲਣ ਨਾਲ ਚੱਲਣ ਵਾਲੀ ਹਰ ਚੀਜ਼ ਚੱਲਣ ਲੱਗ ਪਈ ਤੇ ਸਾਰੇ ਖੁਸ਼ ਹੋ ਗਏ। ਇੰਜ ਲੱਗ ਰਿਹਾ ਸੀ ਜਿਵੇਂ ਨੇਰੇ ਤੋਂ ਰੋਸ਼ਨੀ ਆ ਗਈ ਹੋਏ। ਸਾਰੇ ਨੀਂਦ ਤੋਂ ਉੱਠ ਕੇ ਚਾਨਣ ਵੱਲ ਚੱਲ ਪਏ ਹੋਣ। ਤੇ ਇੰਨੀ ਕਹਾਣੀ ਕਹਿ ਕੇ ਪਿਤਾ ਜੀ ਚੁੱਪ ਕਰ ਗਏ। ਤੇ ਰਜਨੀ ਨੇ ਪੁੱਛਿਆ, ਬਸ ਗੱਲ ਮੁੱਕ ਗਈ ਪਿਤਾ ਜੀ? ਤੇ ਹੋਰ ਕੀ, ਚੰਗੀ ਲੱਗੀ ਹੈ? ਬਾਬੂ ਸਰਨਦਾਸ ਨੇ ਕਿਹਾ। ਚੰਗੀ ਤਾਂ ਲੱਗੀ ਹੈ, ਪਰ ਕੀ ਇਹ ਸੱਚੀ ਗੱਲ ਹੈ? ਬਾਬੂ ਜੀ ਵਰਿੰਦਰ ਨੇ ਕਿਹਾ। ਸੱਚੀ ਬਿਲਕੁਲ ਨਹੀਂ, ਮੈਂ ਸਾਰੀ ਮਨੋ ਜੋੜੀ ਹੈ। ਪਰ ਤੁਸੀਂ ਸੋਚ ਕੇ ਵੇਖੋ, ਜੇ ਕਿਧਰੇ ਇਸ ਤਰ੍ਹਾਂ ਬਾਲਣ ਮੁੱਕ ਜਾਵੇ ਤਾਂ ਕੀ ਬਣੇ? ਬਾਬੂ ਸਰਨਦਾਸ ਨੇ ਕਿਹਾ। ਦੋਵੇਂ ਬੱਚੇ ਚੁੱਪ ਹੋ ਗਏ। ਉਹ ਗੰਭੀਰਤਾ ਨਾਲ ਸੋਚ ਰਹੇ ਸਨ ਕਿ ਜੇ ਸੱਚਮੁੱਚ ਹੀ ਬਾਲਣ ਮੁੱਕ ਜਾਏ ਤਾਂ ਲੋਕਾਂ ਦਾ ਕੀ ਹਾਲ ਹੋਵੇਗਾ। ਤਾਂ ਬਾਬੂ ਸਰਨਦਾਸ ਨੇ ਦੱਸਿਆ ਵੀ ਨਹੀਂ, ਇਹ ਤਾਂ ਮੈਂ ਮਨੋਂ ਬਣਾਈ ਹੈ ਗੱਲ, ਪਰ ਤੁਸੀਂ ਆਪ ਸੋਚੋ, ਜੇ ਬਾਲਣ ਮੁੱਕ ਜਾਏ ਤਾਂ ਕੀ ਹਾਲ ਹੋਏਗਾ ਦੁਨੀਆ ਵਿੱਚ ਲੋਕਾਂ ਦਾ। ਤੇ ਇੰਨੀ ਗੱਲ ਹੋਈ ਸੀ ਕਿ ਦੋਵੇਂ ਬੱਚੇ ਚੁੱਪ ਕਰਕੇ ਤੇ ਗੰਭੀਰਤਾ ਨਾਲ ਸੋਚਣ ਲੱਗ ਪਏ। ਉਹਨਾਂ ਨੂੰ ਲੱਗਿਆ ਹੁਣ ਤਾਂ ਗੱਡੀ ਨਹੀਂ ਚੱਲ ਪਾਏਗੀ, ਕੋਈ ਵੀ ਨਾ ਰੋਟੀ ਬਣੇਗੀ, ਨਾ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਾਂਗੇ, ਨਾ ਬਿਜਲੀ ਆਏਗੀ, ਸਾਡਾ ਕੀ ਹਾਲ ਹੋ ਜਾਊਗਾ। ਠੀਕ ਹੈ ਬੱਚਿਓ, ਤਾਂ ਹੁਣ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ, ਸਾਨੂੰ ਬਾਲਣ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਾਲਣ ਮੁੱਕ ਨਾ ਜਾਏ। ਬਾਲਣ ਸੀਮਿਤ ਹੁੰਦਾ ਹੈ। ਪੈਟਰੋਲ, ਡੀਜ਼ਲ, ਇਹ ਸਾਰੇ ਬਾਲਣ ਨਾਲ ਚੱਲਣ ਵਾਲੀਆਂ ਚੀਜ਼ਾਂ ਨੇ ਤੇ ਬਾਲਣ ਬਣਾਉਣ ਵਿੱਚ ਸਾਲੋ ਸਾਲ ਲੱਗ ਜਾਂਦੇ ਨੇ ਤੇ ਮੁਕਾਉਣ ਵਿੱਚ ਬਹੁਤ ਛੇਤੀ ਆਪਾਂ ਮੁਕਾ ਦਿੰਦੇ ਹਾਂ। ਹੈ ਜਾਂ ਨਹੀਂ ਬੱਚਿਓ? ਹੁਣ ਤੁਸੀਂ ਧਿਆਨ ਰੱਖਿਓ। ਅੱਗੇ ਚੱਲਦੇ ਹਾਂ। ਔਖੇ ਸ਼ਬਦਾਂ ਦੇ ਅਰਥ। ਖੇੜਾ ਨਾ ਛੱਡਣਾ, ਪਿੱਛਾ ਨਾ ਛੱਡਣਾ ਜਾਂ ਮਗਰੋਂ ਨਾ ਲੈਣਾ। ਡੰਗੋਰੀ, ਆਸਰੇ ਲਈ ਛੜੀ, ਸੋਟੀ, ਲਾਠੀ ਜਾਂ ਟੋਣੀ। ਕਿਲਕਾਰੀਆਂ, ਚੀਕਾਂ। ਅੱਗੇ ਚੱਲਦੇ ਹਾਂ ਪਾਠ ਅਭਿਆਸ। ਪਹਿਲਾ ਪ੍ਰਸ਼ਨ ਹੈ, ਖਾਲੀ ਸਥਾਨ ਭਰੋ। ਊੜਾ, ਮਾਤਾ ਜੀ ਤੁਹਾਡੇ ਚੁੱਲ੍ਹੇ ਵਿੱਚ ਅੱਗ ਹੈ। ਏੜਾ, ਬੁੱਢੀ ਮਾਈ ਡੈਸ਼ ਪਈ। ਬੁੱਢੀ ਮਾਈ ਮੁਸਕਰਾ ਪਈ। ਈੜੀ, ਸ਼ਹਿਰੀ ਬੰਦਾ ਅੱਗ ਲੈਣ ਲਈ ਡੈਸ਼ ਫਿਰਿਆ, ਘਰ ਘਰ ਫਿਰਿਆ।
ਸੱਸਾ ਸਾਰੇ ਲੋਕ ਡੈਸ਼ ਦੀ ਸ਼ਿਕਾਇਤ ਕਰ ਰਹੇ ਸਨ। ਸਾਰੇ ਲੋਕ ਬਾਲਣ ਮੁੱਕਣ ਦੀ ਸ਼ਿਕਾਇਤ ਕਰ ਰਹੇ ਸਨ। ਹਾਹਾ, ਪੈਟਰੋਲ ਅਤੇ ਡੀਜ਼ਲ ਵੀ ਤਾਂ ਬਾਲਣੀ ਹੁੰਦੇ ਹੈ ਜੀ। ਦੂਜਾ ਪ੍ਰਸ਼ਨ ਸੰਖੇਪ ਵਿੱਚ ਉੱਤਰ ਦਿਓ। ਊੜਾ, ਸ਼ਹਿਰੀ ਬੰਦੇ ਨੇ ਅੱਗ ਕੀ ਕਰਨੀ ਸੀ? ਸ਼ਹਿਰੀ ਬੰਦੇ ਨੇ ਅੱਗ ਨਾਲ ਛਲੀਆਂ ਭੁੰਨੀਆਂ ਸਨ। ਇੱਥੇ ਲਿਖ ਦਿੰਦੇ ਆ ਇਹਦਾ ਉੱਤਰ। ਊੜਾ, ਸ਼ਹਿਰੀ ਬੰਦੇ ਨੇ ਅੱਗ ਨਾਲ ਛਲੀਆਂ ਭੁੰਨੀਆਂ एड़ा बालन मुक्कण नाल आवाजाई दे केड़े केड़े साधन चलनों रुक गए सन? बालन मुक्कण नाल बस, मोटरसाइकिल, रेल गड्डी अते हवाई जहाज चलनों रुक गए सन। इत्थे लिख दिंदे आ आगे है बिजली क्यों बंद सी? थर्मल प्लांट विच कोला मुक्कण करके बिजली बंद सी। अगला है सस्सा। कहानी सुनन उपरांत बच्चे की सोच रहे सन? बच्चे सोच रहे सन कि जे सचमुच ही बालन मुक जाए तां लोकां दा की हाल होवेगा। आओ इत्थे लिख लैंदे आ। तीजा प्रश्न है वाकां विच वरतो। पहला है जिद। आपां कह सकदे हां बच्चे कहानी सुनन दी जिद कर रहे सन। विलकणा, न्याणे वियाणियां विच विलकदे फिरदे सन। फिर है मुश्किल। आपां लिख सकदे हां किसे दा भी नां, मान लो सोहन बड़ी मुश्किल विच फस गया। थकावट, शहरी बंदे नूं थकावट हो गई। किलकारियां, बच्चे खुशी नाल किलकारियां मारन लगे। आओ लिख लईए इन्हां नूं। तीजे दा पहला
जिद, बच्चे कहानी सुनन दी जिद कर रहे। दूजा विलक्षणता। आगे है तीजा प्रश्न, वाकां विच वरतो। सब तो पहला जिद, बच्चे कहानी सुनन दी जिद कर रहे सन। विलकणा, ਨਿਆਣੇ ਵੇੜਿਆਂ ਵਿੱਚ ਵਿਲਕਦੇ ਫਿਰਦੇ ਸਨ। ਮੁਸ਼ਕਲ, ਸੋਹਨ ਬੜੀ ਮੁਸ਼ਕਲ ਵਿੱਚ ਫਸ ਗਿਆ। ਥਕਾਵਟ, ਸ਼ਹਿਰੀ ਬੰਦੇ ਨੂੰ ਥਕਾਵਟ ਹੋ ਗਈ। ਪੰਜਵਾਂ ਕਿਲਕਾਰੀਆਂ, ਬੱਚੇ ਖੁਸ਼ੀ ਨਾਲ ਕਿਲਕਾਰੀਆਂ ਮਾਰਨ ਲੱਗੇ। ਆਓ ਇਹਨਾਂ ਨੂੰ ਇੱਥੇ ਲਿਖ ਲਈਏ। जिद, दूजा हैगा विलकणा। ਨਿਆਣੇ ਵਿਹੜਿਆਂ ਵਿੱਚ ਵਿਲਕਦੇ ਫਿਰਦੇ ਹਨ। ਤੀਜਾ ਮੁਸ਼ਕਲ, सोहन, अमन, जो भी नाम तुसी लिखना है, बड़ी मुश्किल विच फंस गया। चौथा शब्द है थकावट। शहरी बंदे नू थकावट हो गई। पंजवां किलकारियां, बच्चे खुशी नाल किलकारियां मारन लगे। आगे है बच्चों चौथा प्रश्न, हेठा गुरमुखी अते देवनागरी विच दिते शब्द जोड़ां दे अंतर नूं समझो अते गुरमुखी विच लिखे शब्दां नूं लिखण दा अभ्यास करो। इत्थे लिखे अज, आज, अग, आग, भुखा, भूखा, किधरे, कहीं, स्टेशन, स्टेशन, कोला, कोयला, मिट्टी, मिट्टी, चाली, चालीस, शहर, शहर, मैथों, मुझसे। पंजवा प्रश्न, हेठा एक ही अर्थ लई पंजाबी अते हिंदी विच भिन्न-भिन्न शब्द दिते गए हन। इन्हां नूं ध्यान नाल पढ़ो अते पंजाबी शब्दां नूं लिखो। बालण, ईंधन, मुकना, समाप्त होना। मचना, जलना। चली,
पागल, वेड़ा, आंगन, अखबार, समाचार पत्र। मुड़का, पसीना, पैड़ी, बुरी। 6वां प्रश्न, इस पाठ विच ਇਹ ਨਾਂ ਵੀ ਆਏ ਹਨ। बाबू, सरनदास, रजनी, वरिंदर। ਇਹ ਸਾਰੇ ਸ਼ਬਦ ਨਾਂਵ ਸ਼ਬਦ ਹਨ। ਇਹ ਜਿੰਨੇ ਵੀ ਸ਼ਬਦ ਹੈਗੇ ਨੇ ਬੱਚਿਓ ਉਹਨਾਂ ਨੂੰ ਨਾਂਵ ਕਹੀਦਾ। ਪਾਠ ਵਿੱਚ ਇਹਨਾਂ ਦੀ ਥਾਂ ਕਿਤੇ ਉਹ, ਕਿਤੇ ਇਹ ਅਤੇ ਕਿਤੇ ਮੈਂ ਸ਼ਬਦ ਆਏ ਹਨ। ਨਾਮ ਸ਼ਬਦਾਂ ਦੀ ਥਾਂ ਵਰਤੇ ਜਾਂਦੇ ਸ਼ਬਦ ਪੜਨਾਂਵ ਹੁੰਦੇ ਹਨ। ਤੇ ਬੱਚਿਓ ਜਿਹੜਾ ਕਿਸੇ ਦਾ ਨਾਮ ਹੁੰਦਾ ਉਹਨਾਂ ਨੂੰ ਨਾਂਵ ਕਹੀਦਾ। ਜਿਹੜਾ ਉਹਨਾਂ ਦੀ ਥਾਂ ਵਰਤੇ ਜਾਂਦੇ ਨੇ ਜਿਵੇਂ ਇਹ, ਉਹ, ਮੈਂ, ਉਹ ਸਾਰੇ ਪੜਨਾਂਵ ਹੁੰਦੇ ਨੇ। ਠੀਕ ਹੈ। ਹਿੰਦੀ ਵਿੱਚ ਪੜਨਾਂਵ ਨੂੰ ਸਵਰਨਾਮ ਕਹਿੰਦੇ ਹਨ। ਇਸ ਪਾਠ ਵਿੱਚੋਂ ਪੜਨਾਂਵ ਸ਼ਬਦ ਚੁਣੋ। ਆਓ ਦੇਖੀਏ ਕਿਹੜੇ ਕਿਹੜੇ ਪੜਨਾਂਵ ਸ਼ਬਦ ਹੈਗੇ ਨੇ ਜਿਹੜੇ ਨਾਂ ਦੀ ਥਾਂ ਤੇ ਵਰਤੇ ਜਾਂਦੇ ਨੇ। ਤਾਂ ਬੱਚਿਓ ਆ ਹੈਗੇ ਨੇ ਕੁਝ ਪੜਨਾਂਵ ਜਿਹੜੇ ਨਾਂ ਦੀ ਥਾਂ ਤੇ ਆਉਂਦੇ ਨੇ। ਉਹਨਾਂ, ਉਹ, ਉਸ, ਮੈਂ, ਫੇਰ ਆ ਗਿਆ ਉਸ, ਆਪਣੀ, ਉਹ, ਉਸ, ਕਿਸੇ, ਉੱਥੇ। ਇਹ ਸਾਰੇ ਪੜਨਾਂਵ ਸ਼ਬਦ ਨੇ ਜਿਹੜੇ ਕਿਸੇ ਨਾਂ ਦੀ ਥਾਂ ਤੇ ਵਰਤੇ ਜਾਂਦੇ ਨੇ। ਆਓ ਇਹਨਾਂ ਨੂੰ ਆਪਾਂ ਲਿਖ ਲੈਂਦੇ ਆ। ਪੜਨਾਂਵ ਇੱਕ ਤਾਂ ਹੈਗਾ ਉਹਨਾਂ, ਉਹ, ਉਸ, ਮੈਂ, ਆਪਣੀ, ਉੱਥੇ, ਕਿਸੇ। ਇਹ ਸਾਰੇ ਪੜਨਾਂਵ ਹੈਗੇ ਨੇ ਨਾਂ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ। ਅੱਗੇ ਲਿਖਿਆ ਹੈ, ਅਧਿਆਪਕ ਵਿਦਿਆਰਥੀਆਂ ਨੂੰ ਊਰਜਾ ਦੇ ਵੱਖ-ਵੱਖ ਸੋਮਿਆਂ ਬਾਰੇ ਦੱਸੇ ਅਤੇ ਉਹਨਾਂ ਦੀ ਬਚਤ ਕਰਨ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰੇ। ਤੇ ਮੈਂ ਇੱਥੇ ਤੁਹਾਨੂੰ ਲਿਖ ਕੇ ਵੱਖ-ਵੱਖ ਤਰੀਕੇ ਦੇ ਪਾਲਣ ਦੱਸ ਦਿੰਦੀ ਹਾਂ। ਜਿਵੇਂ ਆਪਾਂ ਕਹਿ ਸਕਦੇ ਹਾਂ ਪ੍ਰਮਾਣੂ, ਪਾਲਣ। ਦੂਜਾ ਹੋ ਜਾਂਦਾ ਹੈ ਬੱਚਿਓ ਹਵਾ ਨਾਲ ਵੀ ਪਾਲਣ ਪੈਦਾ ਹੋ ਜਾਂਦਾ ਹੈ। ਤੀਜਾ ਭੂ, ਤਾਪ। ਚੌਥਾ ਸਮੁੰਦਰ ਤੋਂ ਵੀ, ਸਮੁੰਦਰ ਦੀ ਲਹਿਰਾਂ ਤੋਂ। ਆਪਾਂ ਇੰਜ ਵੀ ਲਿਖ ਸਕਦੇ ਹਾਂ ਪਾਣੀ ਦੀਆਂ ਤਰੰਗਾਂ, ਉਹਨਾਂ ਤੋਂ ਵੀ ਪਾਲਣ ਪੈਦਾ ਹੋ ਜਾਂਦਾ ਹੈ। ਤੇ 6ਵਾਂ ਤੁਸੀਂ ਲਿਖ ਸਕਦੇ ਹੋ ਸੂਰਜ ਤੋਂ। ਠੀਕ ਹੈ ਬੱਚਿਓ, ਇਹ ਸੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।